ਧੰਨ ਵਾਹਿਗੁਰੂ ਸਾਹਿਬ ਜੀ। ਕਰਮ ਧਰਮ ਪਾਖੰਡ ਜੋ ਦਿਸੈ ਹੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਰਹੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਸੁਭਾਗ ਸਮਾਂ ਬਖਸ਼ਿਸ਼ ਕਰਕੇ ਰਹਿਮਤਾਂ ਕੀਤੀਆਂ ਨੇ ਸਾਡੇ ਜੀਵਾਂ ਦੀ ਕਲਿਆਣ ਕਰਨ ਵਾਸਤੇ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ ਦੀ ਦਾਤ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਇਸ ਮਨੁੱਖਾ ਦੇਹੀ ਦੇ ਦੁਆਰਾ। ਹਾਜ਼ਰੀ ਲਵਾਈਏ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਊਟ ਲੈ ਕੇ ਜੀਵਨ ਦੇ ਵਿੱਚ ਖੁਸ਼ਹਾਲੀ ਬਣਾਉਣ ਵਾਸਤੇ, ਗੁਰੂ ਦੀ ਵਿਚਾਰ ਦੀ ਪ੍ਰਾਪਤੀ ਕਰਕੇ ਰੱਬ ਦੇ ਸੋਹਣੇ ਪਿਆਰ ਦੀ ਪ੍ਰਾਪਤੀ ਕਰੀਏ। ਪਾਤਸ਼ਾਹ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਰੂਪ ਵਿੱਚੋਂ ਬਚਨ ਸਰਵਣ ਕੀਤੇ ਹੈ। ਪਾਤਸ਼ਾਹ ਜੀ ਦਾ ਉਪਦੇਸ਼ ਹੈ ਕਿ ਸੰਸਾਰ ਦੇ ਅੰਦਰ ਜਿਤਨੇ ਵੀ ਤੂੰ ਧਰਮ ਦੇ ਨਾਂ ਦੇ ਕਰਮ ਕਰਦਾ ਹੈ, ਇਹ ਸਾਰੇ ਪਖੰਡ ਦੇ ਰੂਪ ਵਿੱਚ ਦਿਸਦੇ ਨੇ। ਇਹਨਾਂ ਧਰਮ ਦੇ ਨਾਮਾਂ ਦੇ ਉੱਤੇ ਕੀਤੇ ਹੋਏ ਜਿਹੜੇ ਤੂੰ ਕਰਮ ਹੈ, ਰਸਤੇ ਦੇ ਵਿੱਚ ਤੇਰੇ ਲੁੱਟੇ ਜਾਣੇ ਹੈ। ਜਮ ਨੇ ਰਾਹ ਦੇ ਵਿੱਚੋਂ ਖੋਹ ਲੈਣੇ ਆ। ਉਸ ਪਰਮੇਸ਼ਰ ਦੇ ਦਰ ਦੇ ਉੱਤੇ ਇਹ ਜਿਹੜੇ ਧਰਮ ਦੇ ਨਾਂ ਦੇ ਕਰਮ ਕਰਦਾ ਹੈ ਨਾ, ਕਰਮ ਕਰਕੇ ਧਰਮੀ ਖਵਾਉਣਾ ਹੈ ਕਿ ਮੈਂ ਸ਼ੁਭ ਕਰਮ ਕਰਦਾ ਹਾਂ ਤੇ ਮੈਂ ਧਰਮੀ ਹਾਂ, ਧਰਮ ਦੀ ਗੱਲ ਕਰਦਾ ਹੈ। ਇਹ ਰਾਹ ਦੇ ਵਿੱਚ ਤੇਰੇ ਕੋਲੋਂ ਧਰਮ ਰਾਜੇ ਦੇ ਜਿਹੜੇ ਭੇਜੇ ਹੋਏ ਜਮ ਦੂਤ ਨੇ, ਉਹਨਾਂ ਨੇ ਖੋਹ ਲੈਣੇ ਆ। ਤੇਰੇ ਨਾਲ ਕੀ ਜਾਣਾ ਹੈ? ਜਿਹੜੀ ਤੂੰ ਕਾਮਨਾ ਰਹਿਤ ਵਾਹਿਗੁਰੂ ਦੀ ਕੀਰਤੀ, ਪ੍ਰਭੂ ਦੀ ਬੰਦਗੀ, ਪਰਮੇਸ਼ਰ ਦਾ ਨਾਮ ਸਿਮਰਨ ਕੀਤਾ, ਤੇਰੇ ਨਾਲ ਹੋ ਜਾਣਾ ਹੈ। ਬਾਕੀ ਸੰਸਾਰ ਦੇ ਅੰਦਰ ਜਿੰਨੇ ਤੂੰ ਕਰਮ ਕਰਦਾ ਹੈ, ਇਹ ਰਾਹ 'ਚ ਰਹਿ ਜਾਣੇ ਹੈ, ਤੂੰ ਖਾਲੀ ਹੋ ਜਾਣਾ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਕੇ ਸਾਡੇ ਪੱਲੇ ਪ੍ਰਭੂ ਪਰਮੇਸ਼ਰ ਦੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਾਡਾ ਦ੍ਰਿੜ ਵਿਸ਼ਵਾਸ ਪ੍ਰਭੂ ਭਗਤੀ ਦੇ ਨਾਲ ਜੋੜਦੇ ਹੈ। ਪਾਤਸ਼ਾਹ ਜੀ ਦੇ ਪਾਵਨ ਬਚਨ ਹੈ। ਆਸਾ ਮਹੱਲਾ ਪੰਜਵਾਂ। ਗੁਰੂ ਸਾਹਿਬ ਜੀ ਨੇ
ਆਸਾ ਮਹੱਲਾ ਪੰਜਵਾਂ ਦੇ ਸਰਲੇਖ ਹੇਠ ਪਵਿੱਤਰ ਗੁਰਬਾਣੀ ਦੀ ਦਾਤ ਬਖਸ਼ਿਸ਼ ਕਰਕੇ ਸਾਡੀ ਸੁਰਤ ਦਾ ਜਿਹੜਾ ਸੁਭਾਅ ਏ, ਸਾਡੀ ਸੁਰਤ ਦੀਆਂ ਜਿਹੜੀਆਂ ਆਦਤਾਂ ਨੇ, ਸਾਡੀ ਸੁਰਤ ਦੀ ਜਿਹੜੀ ਚਾਲ ਹੈ, ਜੋ ਸਮਝ ਹੈ ਇਹਨੂੰ ਪੈਂਦੀ, ਉਹਨਾਂ ਦਿਸ਼ਾਵਾਂ ਨੂੰ ਮੋੜਦਿਆਂ ਪ੍ਰਭੂ ਭਗਤੀ, ਪ੍ਰਭੂ ਪਿਆਰ ਦੀ ਦਾਤ ਪਾਤਸ਼ਾਹ ਜੀ ਬਖਸ਼ਦੇ ਹੈ। ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਕਿ ਜਿਹੜਾ ਮਨੁੱਖ ਧਰਮ ਦੇ ਨਾਂ ਤੇ ਤੀਰਥਾਂ ਤੇ ਨਿਰਾ ਸਰੀਰ ਹੀ ਗਿੱਲਾ ਕਰਦਾ ਹੈ, ਭਾਵ ਕਿ ਸਰੀਰ ਨੂੰ ਧੋਂਦਾ ਹੈ, ਤੇ ਉਹ ਆਪਣੇ ਜੀਵਨ ਦੇ ਅੰਦਰੋਂ ਵਕਾਰਾਂ ਦੀ ਮੈਲ ਨਹੀਂ ਕੱਢਦਾ। ਉਹਦੇ ਅੰਦਰ ਮੈਲ ਵਕਾਰਾਂ ਦੀ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਉਸ ਮੈਲ ਦੇ ਬਾਰੇ ਨਹੀਂ ਸੋਚਦਾ। ਜਿਵੇਂ ਮੇਰੇ ਮਾਲਕ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਹੈ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਵੇਂ ਕੱਪੜਾ ਮੈਲਾ ਹੋਵੇ, ਉਹਨੂੰ ਸਾਬਣ ਆਦਿਕ ਲਾ ਕੇ ਸਾਫ਼ ਕੀਤਾ ਜਾ ਸਕਦਾ ਹੈ। ਜੇ ਮਨ ਮੈਲਾ ਹੋ ਜਾਵੇ ਤੇ ਉਹਨੂੰ ਰੱਬ ਦਾ, ਪਰਮੇਸ਼ਰ ਦਾ ਨਾਮ ਸਿਮਰਿਆ ਤੋਂ ਬਿਨਾਂ ਮਨੁੱਖ ਜਿਹੜਾ ਆ ਉਹ ਆਪਣਾ ਮਨ ਜਿਹੜਾ ਸੋਹਣਾ ਨਹੀਂ ਬਣਾ ਸਕਦਾ। ਜਿਵੇਂ ਸਾਬਣ ਤੇ ਪਾਣੀ ਤੋਂ ਬਿਨਾਂ ਮੈਲਾ ਕੱਪੜਾ ਨਹੀਂ ਸਾਫ਼ ਹੋ ਸਕਦਾ, ਨਾਮ ਬੰਦਗੀ ਤੋਂ ਸਿਮਰਨ ਤੋਂ ਬਿਨਾਂ ਮੈਲਾ ਮਨ ਵੀ ਸਾਫ਼ ਨਹੀਂ ਹੋ ਸਕਦਾ। ਪਾਤਸ਼ਾਹ ਜੀ ਦੇ ਬਚਨ ਹੈ, ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ। ਜਿਹੜਾ ਮਨੁੱਖ ਕੇਵਲ ਤੀਰਥਾਂ ਦੀ ਯਾਤਰਾ ਕਰਦਾ ਹੈ, ਤੀਰਥਾਂ ਤੇ ਜਾ ਕੇ ਆਪਣੇ ਸਰੀਰ ਨੂੰ ਹੀ ਧੋਂਦਾ ਹੈ, ਤੇ ਉਹ ਮਨ ਦੀ ਮੈਲ ਭਾਵ ਕਿ ਨਹੀਂ ਕੱਢਦਾ, ਉਹ ਲੋਕ ਪਰਲੋਕ ਆਪਣੇ ਦੋਵੇਂ ਥਾਂ ਗਵਾ ਲੈਂਦਾ ਹੈ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਰਾਤ ਦਿਨੇ ਇਸ਼ਨਾਨ ਕਰੀ ਜਾਣੇ ਤੇ ਰੱਬ ਦਾ ਸਿਮਰਨ ਨਹੀਂ ਕਰਨਾ, ਪਰਮੇਸ਼ਰ ਦਾ ਸਿਮਰਨ ਨਹੀਂ ਕਰਨਾ, ਧਰਮ ਦੇ ਨਾਂ ਦੇ ਕਰਮ ਕਰੀ ਜਾਣੇ ਤੇ ਆਪਣੇ ਆਪ ਨੂੰ ਮਰਿਆਦਾ ਪੁਰਸ਼ੋਤਮ ਦੱਸਣਾ। ਇਹ ਕੰਮ ਕਰਨ ਦੇ ਨਾਲ ਦੁਨੀਆ ਦੇ ਵਿੱਚ ਤੇ ਵਾਹ ਹੋ ਸਕਦੀ ਹੈ। ਕਬੀਰ ਸਾਹਿਬ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ। ਕਬੀਰ ਸਾਹਿਬ ਜੀ ਦੇ ਬਚਨ ਨੇ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਕਬੀਰ ਸਾਹਿਬ ਜੀ ਬਚਨ ਕਰਦੇ ਨੇ ਕਿ ਮੈਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੇ ਸੋਹਣੇ ਨਾਮ ਦੀ ਦਾਤ ਬਖਸ਼ੀ ਆ, ਤੇ ਮੇਰੀ ਜਿਹੜੀ ਮਨ ਹੈ ਦੇ ਆਖੇ ਲੱਗ ਕੇ ਸੁਰਤੀ ਜਿਹੜੀ ਮੈਲੀ ਹੋਈ ਸੀ ਨਾ, ਉਹ ਪ੍ਰਗਟ ਹੋ ਗਈ, ਮੈਨੂੰ ਸਮਝ ਆ ਗਈ, ਮੇਰੀ ਮਤ ਪ੍ਰਗਟ ਹੋ ਗਈ ਹੈ। ਭਾਵ ਮੇਰੀ ਮਤ ਜਿਹੜੀ ਹੈ ਉਹ ਉੱਚੀ ਹੋ ਗਈ ਹੈ, ਮੈਨੂੰ ਸਮਝ ਪੈਣ ਲੱਗ ਗਈ ਹੈ। ਕਹੋ ਕਬੀਰ ਗੁਰ ਸੋਝੀ ਪਾਈ, ਮੇਰੇ ਗੁਰੂ ਨੇ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ, ਨਾਮ ਸਿਮਰਾ ਕੇ ਮੇਰੇ ਕੋਲੋਂ ਤੇ ਮੈਨੂੰ ਸੋਝੀ ਪਾ ਦਿੱਤੀ ਹੈ ਕਿ ਮੈਂ ਧਰਮ ਦੇ ਨਾਂ ਦੇ ਕਰਮ ਕਰਕੇ ਹੀ ਆਪਣੇ ਆਪ ਨੂੰ ਸਾਧੂ ਸੰਤ ਤੇ ਭਗਤ ਖਵਾਉਂਦਾ ਸੀ। ਹੁਣ ਮੈਨੂੰ ਪਤਾ ਲੱਗ ਗਿਆ। ਪਾਵਨ ਬਚਨ ਸਤਿਗੁਰੂ ਜੀ ਦੇ ਸਾਨੂੰ ਕਿ ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ,
ਸਾਚ ਕਹੂੰ ਸੁਨ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮਾ ਭਗਤੀ ਦੀ ਗੱਲ ਇਹਨਾਂ ਬਚਨਾਂ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਵੀ ਸਾਨੂੰ ਸਮਝਾਉਂਦੇ ਆ। ਪ੍ਰੇਮਾ ਭਗਤੀ ਦੀ ਗੱਲ ਹੈ। ਵੈਸੇ ਤਾਂ ਅਸੀਂ ਦੁਨੀਆਦਾਰੀ ਦੇ ਤੌਰ ਤੇ ਕਈ ਦੁਨੀਆ ਦੇ ਮਾਇਕ ਪਦਾਰਥਾਂ ਨੂੰ ਪਿਆਰ ਕਰਦੇ ਹਾਂ, ਪਰ ਪਿਆਰ ਦੀ ਸ਼ੈਲੀ ਕੁਛ ਹੋਰ ਹੈ ਕਿ ਪਿਆਰ ਕਰਨਾ, ਕਿਸੇ ਤੋਂ ਪਿਆਰ ਲੈਣਾ ਕਿ ਜਾਂ ਕਿਸੇ ਨੂੰ ਪਿਆਰ ਦੇ ਦੇਣਾ। ਪ੍ਰਭੂ ਨੂੰ ਪਿਆਰ ਆਪਣਾ ਦੇਣਾ, ਹਾਜ਼ਰ ਹੋ ਜਾਣਾ, ਪ੍ਰਭੂ ਦੀ ਨੇੜਤਾ ਪ੍ਰਾਪਤ ਕਰਨ ਵਾਸਤੇ ਆਪਣਾ ਆਪ ਵਾਹਿਗੁਰੂ ਦੇ ਭੇਟ ਕਰ ਦੇਣਾ। ਇਸ ਤਰ੍ਹਾਂ ਮਨੁੱਖ ਜਿਹੜਾ ਕੇਵਲ ਤੇ ਕੇਵਲ ਧਰਮ ਦੇ ਨਾਂ ਤੇ ਹੀ ਕਰਮ ਕਰਦਾ ਹੈ, ਸਰੀਰ ਨੂੰ ਧੋਂਦਾ ਹੈ, ਸਰੀਰ ਨੂੰ ਸੋਹਣਾ ਕਰਦਾ ਹੈ, ਉਹ ਆਪਣੇ ਲੋਕ ਵੀ ਗਵਾ ਲੈਂਦਾ ਹੈ ਤੇ ਪਰਲੋਕ ਵੀ ਗਵਾ ਲੈਂਦਾ ਹੈ। ਇਹਾਂ ਕਾਮ ਕ੍ਰੋਧ ਮੋਹਿ ਵਿਆਪਿਆ, ਆਗੈ ਮੁਸ ਮੁਸ ਰੋਏ। ਪਾਤਸ਼ਾਹ ਜੀ ਦੇ ਬਚਨ ਨੇ ਕਿ ਇਸ ਲੋਕ ਵਿੱਚ ਰਹਿੰਦਿਆਂ ਕਾਮ ਵਾਸ਼ਨਾ ਦਾ ਧਾਰਨੀ ਹੋ ਕੇ ਇਹ ਮਨੁੱਖ ਵਿਚਰ ਰਿਹਾ ਇਸ ਦੁਨੀਆ ਦੇ ਅੰਦਰ, ਤੇ ਕਦੇ ਇਹਨੂੰ ਕ੍ਰੋਧ ਘੇਰ ਲੈਂਦਾ, ਇਹ ਤੇ ਗਲਿਆ ਪਿਆ ਹੈ, ਇਹ ਤੇ ਲੁੱਟਿਆ ਗਿਆ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲ ਹੈ। ਇਹ ਕਾਮ ਵਾਸ਼ਨਾ ਦਾ ਧਾਰਨੀ ਹੈ, ਇਹ ਕ੍ਰੋਧੀ ਬੜਾ ਹੈ, ਇਹ ਮੋਹ ਵਿੱਚ ਫਸਿਆ ਰਹਿੰਦਾ ਹੈ, ਤੇ ਇਹਦਾ ਅੱਗੇ ਜਿਹੜਾ ਪਰਲੋਕ ਹੈ, ਜਿੱਥੇ ਜਾਣਾ ਇਹਨੇ, ਜਿਹਦੇ ਕਰਕੇ ਧਰਮ ਦੇ ਨਾਂ ਦੇ ਕਰਮ ਕਰਦਾ ਹੈ, ਉਸ ਜਗ੍ਹਾ ਤੇ ਨਹੀਂ ਇਹਦੇ ਕੋਲੋਂ ਪਹੁੰਚਿਆ ਜਾਣਾ। ਇਹਨੇ ਰੋਣਾ ਹੈ, ਵਾਰ-ਵਾਰ ਰੋਣਾ ਹੈ, ਰੁਕਣਾ ਹੈ, ਫਿਰ ਰੋਣਾ ਹੈ, ਇਹਨੂੰ ਉੱਥੇ ਰੋਣਾ ਪਵੇਗਾ। ਅੱਜ ਕਰਮ ਜਿਹੜੇ ਨੇ ਧਰਮ ਦੇ ਨਾਂ ਤੇ ਕਰਕੇ ਸੰਸਾਰ ਦੇ ਅੰਦਰ ਵਾਹ-ਵਾਹ ਖੱਟ ਰਿਹਾ ਹੈ, ਕਾਫੀ ਸਤਿਕਾਰ ਹੈ, ਬੜੇ ਥਾਵਾਂ ਤੋਂ ਇਹਨੂੰ ਸਿਰਪਾਓ ਮਿਲਦੇ ਹੈ, ਕਾਫੀ ਲੋਕਾਂ ਵਿੱਚ ਚਰਚਾ ਹੈ, ਮੀਡੀਆ ਵਿੱਚ ਵੀ ਨਾਮ ਹੈ ਵੀ ਫਲਾਣਾ ਬੜਾ ਦਾਨੀ ਹੈ, ਦਾਨੀਆਂ ਦੀ ਲਿਸਟ ਵਿੱਚ ਨਾਮ ਆ ਗਿਆ ਹੈ, ਪਰ ਇਹਨੂੰ ਪਰਲੋਕ ਜਾਣ ਤੋਂ ਰੋਕਿਆ ਜਾਵੇਗਾ। ਕਿਉਂ? ਇਹਨੇ ਕੇਵਲ ਤੇ ਕੇਵਲ ਧਰਮ ਦੇ ਨਾਂ ਤੇ ਕਰਮ ਕਰਕੇ ਆਪਣੇ ਆਪ ਨੂੰ ਧਰਮੀ ਪੇਸ਼ ਕੀਤਾ ਹੈ, ਇਹਨੇ ਨਾਮ ਨਹੀਂ ਸਿਮਰਿਆ। ਧਰਮ ਦੇ ਨਾਂ ਤੇ ਕਰਮ ਕਰਨ ਦੇ ਨਾਲ ਜੀਵਨ ਤਾਂ ਸੋਹਣਾ ਬਣ ਜਾਂਦਾ ਹੈ, ਸਾਫ਼ ਭਾਂਡਾ ਧੋਤਾ ਜਾਂਦਾ ਹੈ, ਜੀਵਨ ਰੂਪੀ ਭਾਂਡਾ, ਪਰ ਉਸ ਭਾਂਡੇ ਨੂੰ ਧੋ ਕੇ ਕੇਵਲ ਰੱਖ ਦੇਣਾ, ਵਸਤੂ ਨਾ ਪਾਉਣੀ, ਤੇ ਕੋਈ ਲਾਭ ਪ੍ਰਾਪਤ ਨਹੀਂ ਹੋਵੇਗਾ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਗੰਗਾ ਦਾ ਜਲ ਸ਼ੁੱਧ ਮੰਨਿਆ ਗਿਆ ਹੈ, ਉਹਦੇ ਵਿੱਚ ਜੋ ਇਸ਼ਨਾਨ ਕਰ ਲੈਂਦਾ ਉਹਦੀ ਸ਼ੁੱਧਤਾ ਹੁੰਦੀ ਹੈ, ਪਰ ਸ਼ੁੱਧਤਾ ਤੋਂ ਬਾਅਦ ਪ੍ਰਭੂ ਭਗਤੀ ਬੰਦਗੀ, ਪ੍ਰਭੂ ਨੂੰ ਆਪਣਾ ਆਪ ਭੇਟ ਕਰ ਦੇਣਾ, ਨਿਰਾ ਇਸ਼ਨਾਨ ਨਹੀਂ ਕੀਤਿਆਂ ਭਲਾ ਹੋਵੇਗਾ, ਨਾਮ ਜਪਣਾ ਪਵੇਗਾ। ਜੀਵਨ ਰੂਪੀ ਭਾਂਡੇ ਦੇ ਵਿੱਚ ਪ੍ਰਭੂ ਬੰਦਗੀ ਦਾ ਭੋਜਨ ਪਾਉਣਾ ਪਵੇਗਾ। ਜੇ ਨਹੀਂ ਪਾਉਂਦਾ, ਨਿਰੇ ਇਸ਼ਨਾਨ ਦੇ ਉੱਤੇ ਹੀ ਨਿਰਭਰ ਹੈ, ਤੇ ਫਿਰ ਇਸ ਦਾ ਪਾਰ ਉਤਾਰਾ ਨਹੀਂ ਹੋਣਾ। ਗੋਵਿੰਦ ਭਜਨ ਕੀ ਮਤ ਹੈ ਹੋਰਾ। ਹੇ ਭਾਈ, ਪਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ। ਸੁਣ ਧਿਆਨ ਦੇ ਨਾਲ, ਉਹ ਅਕਲ ਹੋਰ ਤਰ੍ਹਾਂ ਦੀ ਹੁੰਦੀ ਆ। ਜੇ ਉਹ ਅਕਲ ਆ ਜਾਵੇ ਨਾ, ਜਿਵੇਂ ਭਗਤ ਜੀ ਕਹਿੰਦੇ ਨੇ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ।
ਉਹ ਮੱਤ ਆ ਜਾਵੇ ਤੇ ਫਿਰ ਸੋਝੀ ਗੁਰੂ ਦੇ ਦੁਆਰਾ ਪੈ ਜਾਂਦੀ ਹੈ। ਤੇ ਜੇ ਉਹ ਅਕਲ ਦਾ ਧਾਰਨੀ ਮਨੁੱਖ ਨਹੀਂ ਹੁੰਦਾ ਤੇ ਫਿਰ ਪ੍ਰਭੂ ਪਿਆਰ ਦੀ ਪ੍ਰਾਪਤੀ ਕਰਨ ਵਾਸਤੇ ਮਨੁੱਖ ਜੋ ਕਰ ਰਿਹਾ ਹੈ ਉਹ ਸਭ ਕੁਝ ਉਲਟ ਹੈ। ਮਾਤਾ ਪੈਸਾ ਮੋਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੇ ਨਿਤ ਭੇਡ। ਮਸਤੇ ਹੋਏ ਸੰਡੇ ਦੇ ਵਾਂਗੂ ਮਨੁੱਖ ਓਨਾ ਚਿਰ ਭੱਜਾ ਫਿਰਦਾ ਹੈ ਜਿੰਨਾ ਚਿਰ ਗੁਰੂ ਦੀ ਮੱਤ ਇਸ ਨੂੰ ਨਹੀਂ ਮਿਲਦੀ, ਗੁਰੂ ਦੀ ਮੱਤ ਨੂੰ ਇਹ ਧਾਰਨ ਨਹੀਂ ਕਰਦਾ। ਇਹ ਨਰਕਾਂ ਦੇ ਦਰਵਾਜ਼ੇ ਖੋਲ ਰਿਹਾ, ਕਬੀਰ ਸਾਹਿਬ ਕਹਿੰਦੇ ਨੇ। ਕਹੋ ਕਬੀਰ ਪ੍ਰਗਟ ਪਈ ਖੇਡ, ਇਹ ਮੱਤ ਜਿਹੜੀ ਹੈ, ਜਿਹੜੀ ਬੁੱਧੀ ਹੈ, ਇਹ ਭੇਡ ਬਣ ਕੇ ਮਨ ਲੇਲੇ ਦੇ ਮਗਰ ਭੱਜੀ ਫਿਰਦੀ ਹੈ। ਤੇ ਜਦੋਂ ਇਸ ਬੁੱਧੀ ਮੱਤ ਨੂੰ ਸਮਝ ਪੈ ਜਾਵੇ ਕਿ ਕੰਮ ਚੰਗਾ ਨਹੀਂ ਕਰ ਰਹੀ, ਤੇ ਉਦੋਂ ਫਿਰ ਇਹੋ ਜਿਹੇ ਕਰਮ ਜਿਹੜਾ ਕਰਦਾ ਹੈ ਮਨੁੱਖ, ਧਰਮ ਦੇ ਨਾਂ ਦੇ ਕਰਮ ਕਰਦਾ ਹੈ, ਉਹ ਨਾਮ ਸਿਮਰਨ ਵਿੱਚ ਵੀ ਨਾਲ ਜੁੜਦਾ। ਸੋਨੇ ਤੇ ਸੁਹਾਗਾ ਮੇਲ ਹੋ ਜਾਂਦਾ ਹੈ। ਉਦੋਂ ਫਿਰ ਆ ਸਮਝ ਪੈਂਦੀ ਹੈ, ਪਾਤਸ਼ਾਹ ਜੀ ਦੇ ਪਾਵਨ ਬਚਨ ਹੈ, ਵਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਨਈ ਡੋਰਾ ਰਹਾਉ। ਜੇ ਮਨੁੱਖ ਪ੍ਰਮਾਤਮਾ ਦਾ ਨਾਮ ਨਹੀਂ ਸੁਣਦਾ, ਨਹੀਂ ਸਿਮਰਦਾ, ਵਾਹਿਗੁਰੂ ਦੇ ਬਚਨਾਂ ਨੂੰ ਨਹੀਂ ਕਬਾਉਂਦਾ, ਤੇ ਸਾਹਿਬ ਜੀ ਦਾ ਫਰਮਾਨ ਹੈ ਕਿ ਜਿਵੇਂ ਇੱਕ ਖੁੱਡ ਦੇ ਵਿੱਚ ਸੱਪ ਹੋਵੇ ਤੇ ਉਸ ਖੁੱਡ ਨੂੰ ਉਤੋਂ ਕੁੱਟੀ ਜਾਵੇ ਕੋਈ ਬੰਦਾ, ਉਸ ਖੁੱਡ ਨੂੰ ਕੁੱਟੀ ਜਾਵੇ ਤੇ ਆਖੇ ਵੀ ਮੈਂ ਸੱਪ ਖੁੱਡ ਕੁੱਟ ਕੇ ਹੀ ਮਾਰ ਦੇਣਾ ਹੈ, ਤੇ ਸੱਪ ਨਹੀਂ ਮਰੇਗਾ। ਕੁੱਟਣਾ ਤਾਂ ਸੱਪ ਨੂੰ ਸੀ, ਪਰ ਸੱਪ ਨਹੀਂ ਕੁੱਟਿਆ, ਖੁੱਡ ਕੁੱਟੀ ਗਿਆ। ਪਰ ਜੇ ਖੁੱਡ ਨੂੰ ਕੁੱਟਦੇ ਜਾਈਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ। ਬਾਹਰਲੇ ਕਰਮਾਂ ਨਾਲ ਮਨ ਵਸ ਵਿੱਚ ਨਹੀਂ ਆਉਂਦਾ। ਜਿਹੜੇ ਬਾਹਰਲੇ ਕਰਮ ਹੈ ਨਾ, ਕਰਮ ਧਰਮ ਪਾਖੰਡ ਜੋ ਦੀਸੇ, ਇਹ ਦੀਦੇ ਹੀ ਆ ਨਾ। ਜਿਹੜੇ ਲੋਕ ਧਰਮ ਦੇ ਨਾਂ ਦੇ ਕਰਮ ਕਰਦੇ ਨੇ, ਕੋਈ ਕੁਛ ਕਰ ਰਿਹਾ ਹੈ, ਕੋਈ ਕੁਛ ਕਰ ਰਿਹਾ ਹੈ, ਸਾਰਿਆਂ ਧਰਮਾਂ ਦੇ ਵਿੱਚ ਹੈ। ਇਹ ਧਰਮ ਦੇ ਕਰਮ ਕਰਨ ਤੋਂ ਮੇਰੇ ਪਾਤਸ਼ਾਹ ਜੀ ਨੇ ਕਿਸੇ ਨੂੰ ਰੋਕਿਆ ਨਹੀਂ, ਪਰ ਸਤਿਗੁਰੂ ਜੀ ਦੇ ਪਾਵਨ ਬਚਨ ਸਾਨੂੰ ਇਹ ਸਮਝ ਵਿੱਚ ਪੈਂਦੇ ਹੈ ਕਿ ਜਿੱਥੇ ਭਾਈ ਤੂੰ ਧਰਮ ਦੇ ਕਰਮ ਕਰਦਾ ਹੈ, ਧਰਮੀ ਖਵਾਉਣਾ ਹੈ, ਉੱਥੇ ਉਹ ਆਪਣੇ ਧਰਮ ਨੂੰ ਵੀ ਯਾਦ ਕਰ। ਸੰਤ ਕਾ ਮਾਰਗ ਧਰਮ ਕੀ ਪੌੜੀ, ਧਰਮ ਦੀ ਪੌੜੀ ਨਾਮ ਜਪ। ਇਸ ਪੌੜੀ ਤੇ ਜੋ ਨਰ ਚੂਕਾ ਹੈ, ਆਏ ਜਾਏ ਦੁੱਖ ਪਾਏਂਦਾ। ਜੇ ਤੂੰ ਰੱਬ ਦਾ ਨਾਮ ਜਪਣ ਤੋਂ ਭੁੱਲ ਗਿਆ ਤੇ ਫਿਰ ਤੇਰਾ ਆਉਣਾ ਜਾਣਾ ਮਿਟਣਾ ਨਹੀਂਗਾ। ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿੰਨ ਜਮ ਜਾਗਾਤੀ ਲੂਟਾ, ਇਹ ਲੁੱਟਿਆ ਜਾਣਾ ਹੀ ਬਾਕੀ। ਜੇ ਸਾਰੇ ਕੁਛ ਦਾ ਫਲ ਪ੍ਰਾਪਤ ਕਰਨਾ ਚਾਹੁੰਦਾ ਹੈ ਭਾਈ, ਤੇ ਫਿਰ ਨਾਮ ਜਪ। ਫਿਰ ਤੇਰੇ ਜਿਹੜਾ ਅੰਦਰ ਸੱਪ ਹੈ ਨਾ, ਹੰਕਾਰ, ਮੂਰਖਤਾ, ਮੰਦ ਬੁੱਧੀ ਵਾਲਾ ਵਰਤਾਰਾ ਤੇਰੇ ਜੀਵਨ ਅੰਦਰ ਹੈ, ਤੂੰ ਧਰਮ ਦੇ ਨਾਂ ਦੇ ਕਰਮ ਕਰਕੇ ਤੂੰ ਹੰਕਾਰੀ ਹੋ ਜਾਂਦਾ। ਕੋਈ ਬਿਲਡਿੰਗ ਬਣਾਤੀ, ਕੁਛ ਲੋਕਾਂ ਨੂੰ ਜਲ ਪਾਣੀ ਛਕਾਤਾ, ਉਪਜੀਵਕਾ ਦੇਤੀ, ਇਹ ਤੇਰਾ ਦੁਖਦਾਈ ਕਾਰਨ ਬਣ ਜਾਵੇਗਾ, ਤੇਰੀ ਜ਼ਿੰਦਗੀ ਵਾਸਤੇ ਜ਼ਹਿਰ ਸਾਬਤ ਹੋਵੇਗਾ। ਬਾਹਰਲੇ ਕਰਮਾਂ ਦੇ ਨਾਲ ਤੇਰਾ ਜਿਹੜਾ ਮਨ ਹੈ ਨਾ, ਜਿਹੜਾ ਵਸ ਨਹੀਂ ਆਵੇਗਾ, ਉਹ ਆਪਣੇ ਆਪ ਤੋਂ ਬਾਹਰ ਚਲਿਆ ਜਾਵੇਗਾ। ਲੋਕਾਂ ਦੀ ਬੱਲੇ ਬੱਲੇ, ਲੋਕਾਂ ਦੀ ਸ਼ਾਬਾਸ਼ੇ ਨੇ ਤੈਨੂੰ ਰੱਬ ਦੇ ਦਰਵਾਜ਼ੇ ਤੱਕ ਨਹੀਂ ਪਹੁੰਚਣ ਦੇਣਾ। ਜੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਨਾ,
ਤੇ ਫਿਰ ਉਹਦੇ ਨਾਲ ਤੇਰੇ ਅੰਦਰ ਹੰਕਾਰ ਨਹੀਂ ਪੈਦਾ ਹੋਵੇਗਾ ਕਿ ਜੋ ਕੁਛ ਸੰਸਾਰ ਦੇ ਵਿੱਚ ਮਰਜ਼ੀ ਹੁੰਦਾ ਰਹੇ, ਤੂੰ ਕੇਵਲ ਜੋ ਤੈਨੂੰ ਮਾਣ ਵਡਿਆਈ ਸੰਸਾਰ ਵੱਲੋਂ ਮਿਲੇਗੀ, ਤੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਮਰਪਿਤ ਕਰ ਦੇਂਗਾ। ਇਹ ਵਾਹਿਗੁਰੂ ਤੇਰੇ ਨਾਮ ਦੀ ਖੇਡ ਹੈ, ਤੇਰੀਆਂ ਬਰਕਤਾਂ ਦੀ ਖੇਡ ਹੈ। ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਲੀ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਲੀ ਖੇਡ ਬਣ ਜਾਵੇਗੀ ਤੇਰੇ ਜੀਵਨ ਦੇ ਵਿੱਚ। ਤੇ ਜੇ ਤੂੰ ਨਾਮ ਨਹੀਂ ਜਪਦਾ ਤੇ ਜਿੰਨੇ ਧਰਮ ਦੇ ਨਾਂ ਦੇ ਕਰਮ ਕਰਦਾ ਹੈ, ਇਹ ਸੱਪ ਦੀ ਖੁੱਡ ਕੁੱਟਣ ਵਾਲਾ ਹੀ ਕੰਮ ਕਰੀ ਜਾਂਦਾ ਹੈ। ਅੰਦਰੋਂ ਹੰਕਾਰ ਰੂਪੀ ਸੱਪ ਜਿਹੜਾ ਹੈ, ਕ੍ਰੋਧ ਰੂਪੀ ਸੱਪ ਜਿਹੜਾ ਹੈ, ਉਹ ਤੇਰੇ ਅੰਦਰੋਂ ਮਰਨਾ ਨਹੀਂ। ਤੂੰ ਅੰਦਰੋਂ ਆਪਣੇ ਮਨ ਰੂਪੀ ਸੱਪ ਨੂੰ ਕੁੱਟ 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 ਮਨ ਕਸਵੱਟੀ ਲਾਵੈ, ਸੋ ਕੂਟਣ ਮੁਕਤ ਬੋ ਪਾਵੇ। ਜੇ ਪ੍ਰਭੂ ਨਾਲ ਮਿਲਾਪ ਚਾਹੁੰਦਾ ਹੈ, ਇਸ ਮਨ ਨੂੰ ਸਮਝਾ। ਮਨ ਸਮਝਾਵਣ ਕਾਰਨ ਹੈ ਕਛੂ ਅਕ ਪੜ੍ਹੀਏ ਗਿਆਨ। ਕੁਛ ਗਿਆਨ ਇਹ ਵੀ ਨਾਲ ਪ੍ਰਾਪਤ ਕਰ ਲਾ ਕਿ ਰੱਬ ਨੂੰ ਪਾਉਣ ਵਾਸਤੇ, ਇਸ ਮਨ ਨੂੰ ਸਮਝਾਉਣ ਵਾਸਤੇ ਕੀ ਕਰਨਾ ਚਾਹੀਦਾ। ਮਨ ਨੂੰ ਸਮਝਾਉਣਾ ਹੀ ਤੇ ਪ੍ਰਭੂ ਨੂੰ ਯਾਦ ਕਰ, ਪ੍ਰਭੂ ਦੀ ਬੰਦਗੀ ਕਰ, ਸਿਮਰਨ ਵੀ ਕਰਿਆ ਕਰ। ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੇ ਜ਼ਿੰਦਗੀ ਦੀ ਉਪਜੀਵਕਾ ਵੀ ਗਵਾ ਲਈ, ਭੁਲੇਖੇ ਵਿੱਚ ਪੈ ਗਏ, ਭਾਵ ਕਿ ਮਾਇਆ ਕਮਾਉਣੀ ਵੀ ਛੱਡ ਦਿੱਤੀ, ਘਰ ਵੀ ਛੱਡ ਦਿੱਤਾ। ਕੀ ਫਰਮਾਉਂਦੇ ਨੇ ਸਾਹਿਬ, ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੈ। ਜਿਨ੍ਹਾਂ ਮਨੁੱਖਾਂ ਨੇ ਤਿਆਗ ਦੀ ਭਾਵਨਾ ਦੇ ਨਾਲ ਇਸ ਭੁਲੇਖੇ ਵਿੱਚ ਆਣ ਕੇ ਜੋ ਕਿਰਤ ਸੀ ਉਹ ਕਰਨੀ ਛੱਡ ਦਿੱਤੀ, ਭਾਵ ਕਿ ਧਨ ਕਮਾਉਣਾ ਛੱਡ ਦਿੱਤਾ, ਉਦਮ ਕਰਨਾ ਛੱਡ ਦਿੱਤਾ, ਉਹ ਲੋਕ ਭਗਤੀ ਸਾਰ ਨਾ ਜਾਣੇ। ਉਹ ਭਗਤੀ ਦੀ ਵੀ ਕਦਰ ਨਹੀਂ ਕਰਦੇ, ਉਹ ਭਗਤੀ ਦੀ ਵੀ ਸਾਰ ਨਹੀਂ ਜਾਣਦੇ। ਉਹ ਵਿਹਲੜ ਮੰਗ ਕੇ ਖਾਣ ਵਾਲੀ ਭਾਵਨਾ ਉਹਨਾਂ ਦੀ ਬਣ ਜਾਂਦੀ ਹੈ। ਉਹਨਾਂ ਨੇ ਲੋਕ ਵੀ ਗਵਾ ਲਿਆ ਤੇ ਪਰਲੋਕ ਵੀ ਗਵਾ ਲਿਆ। ਨਾ ਉਹ ਪਰਿਵਾਰ ਪੈਦਾ ਕਰ ਸਕੇ, ਨਾ ਉਹ ਧਨ ਕਮਾ ਸਕੇ, ਤੇ ਭਗਤੀ ਸਾਰ ਨਾ ਜਾਣੇ। ਉਹਨਾਂ ਭਗਤੀ ਦੀ ਵੀ ਕੋਈ ਕਦਰ ਨਹੀਂ ਕੀਤੀ ਤੇ ਨਾ ਉਹਨਾਂ ਨੂੰ ਹੈ। ਪਾਤਸ਼ਾਹ ਜੀ ਨੇ ਸਾਨੂੰ ਸੋਹਣੇ ਬੋਲਾਂ ਦੇ ਰਾਹੀਂ ਕਮਾਈਆਂ ਕਰਨ ਵਾਸਤੇ ਵੀ ਇਹਨਾਂ ਬਚਨਾਂ ਦੇ ਵਿੱਚ ਉਪਦੇਸ਼ ਦਿੱਤਾ ਹੈ ਕਿ ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜੇ ਰੱਬ ਦੇ ਰਾਹ ਦੀ ਪਹਿਚਾਣ ਕਰਨੀ ਹੈ, ਭਾਵ ਕਿ ਉਸ ਰਾਹ ਦਾ ਪਾਂਧੀ ਬਣਨਾ ਹੈ, ਪ੍ਰਭੂ ਮਿਲਣੇ ਕਾ ਚਾਅ ਹੈ ਤੇਰੇ ਮਨ ਦੇ ਅੰਦਰ, ਤੇ ਫਿਰ ਕਿਰਤ ਕਰ, ਨਾਮ ਜਪ, ਵੰਡ ਕੇ ਛਕ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ। ਕਮਾਉਣਾ ਵੀ ਛੱਡ ਦਿੱਤਾ ਤੇ ਭਗਤੀ ਵੀ ਨਹੀਂ ਹੋਈ। ਲੋਕ ਗਇਓ ਪਰਲੋਕ ਗਵਾਇਓ, ਦੋਨੇ ਹੀ ਗਵਾਚ ਗਏ। ਤੇ ਫਿਰ ਸਾਹਿਬ ਜੀ ਅੱਗੇ ਫਰਮਾਉਂਦੇ ਹੈ ਕਿ ਹੇ ਭਾਈ, ਤੂੰ ਕੇਵਲ ਤੇ ਕੇਵਲ ਸੰਸਾਰ ਦੇ ਅੰਦਰ ਰੱਬ ਦੇ ਨਾਮ ਜਪਣ ਵਾਲਿਆਂ ਵਾਸਤੇ, ਵਿਦਵਾਨਾਂ ਵਾਸਤੇ, ਪ੍ਰਭੂ ਭਗਤੀ ਕਰਨ ਵਾਲਿਆਂ ਵਾਸਤੇ ਇੱਕ ਰਾਹ ਦਾ ਅੜਿੱਕਾ ਬਣ ਗਿਆ ਹੈ। ਕਮਾਈ ਤੂੰ ਨਹੀਂ ਕਰਦਾ, ਭਗਤੀ ਦੀ ਸਾਰ ਤੈਨੂੰ ਨਹੀਂ ਹੈਗੀ, ਤੇ ਤੂੰ ਚਾਰਕ ਕਿਤਾਬਾਂ ਪੜ੍ਹ ਕੇ ਅੱਜ ਵੀ ਆਪਣੇ ਵਿੱਚ, ਖਾਸ ਕਰਕੇ ਅਸੀਂ ਗੁਰੂ ਨਾਨਕ ਨਾਮ ਲੇਵਾ, ਉਹਨਾਂ ਗੁਰਸਿੱਖਾਂ ਦਾ ਹੀ ਨਾਂ ਲਵਾਂਗੇ ਜਿਨ੍ਹਾਂ ਨੂੰ ਅਸੀਂ ਚੁੰਚ ਗਿਆਨ ਕਹਿ ਸਕਦੇ ਹਾਂ, ਪੱਲੇ ਕੁਛ ਨਹੀਂ ਹੈ। ਆਪ ਗਏ ਔਰ ਨੂੰ ਖੋਵੇ, ਆਗ ਲਗਾਏ ਮੰਦਰ ਮੈਂ ਸੋਵੇ, ਐਸੀ ਭਾਵਨਾ ਵਾਲੇ
ਸਾਨੂੰ ਗੁਰੂ ਦੇ ਪਿਆਰ ਵਾਲੇ ਸਿੱਖ ਮਿਲ ਜਾਂਦੇ ਨੇ ਜਿਹੜੇ ਕਿਸੇ ਨੂੰ ਵੀ ਨਹੀਂ ਬਖਸ਼ਦੇ। ਵੇਦ ਸ਼ਾਸਤਰ ਕੋ ਤਰਕਣ ਲਾਗਾ, ਤਤ ਜੋਗ ਨਾ ਪਛਾਨੈ। ਜਿਹੜਾ ਮਨੁੱਖ ਧਰਮ ਆਦਿਕ ਗ੍ਰੰਥਾਂ ਨੂੰ ਪੜ੍ਹ ਲੈਂਦਾ ਹੈ ਤੇ ਸਿਰਫ ਬਹਿਸਾਂ ਹੀ ਕਰਦਾ ਹੈ, ਜਣੇ ਖਣੇ ਦੇ ਨਾਲ ਸਿਰ ਅੜਾ ਕੇ ਬਹਿ ਜਾਂਦਾ ਹੈ ਕਿ ਆਹ ਦੱਸੋ ਜੀ, ਇਹਦਾ ਕੀ ਮਤਲਬ ਹੈ, ਦੱਸੋ ਜੀ, ਤੇ ਤੁਸੀਂ ਆਹ ਕਿਉਂ ਆਖਿਆ। ਮੈਂ ਵਿਦਵਾਨ ਹਾਂ, ਮੇਰੇ ਕੋਲ ਬੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਮੈਂ ਸੁਣਾਵਾਂਗਾ। ਐਸੀਆਂ ਗੱਲਾਂ ਕਰਨ ਵਾਲੇ ਜਿਹੜੇ ਕਹਿੰਦੇ ਨੇ ਸਾਡੇ ਕੋਲ ਬਹੁਤ ਖਜ਼ਾਨਾ ਹੈ, ਤੁਹਾਨੂੰ ਸੁਣਾਵਾਂਗਾ, ਉਹ ਵਿਦਵਾਨਾਂ ਨੂੰ ਵੀ ਪਜ਼ਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਵੇਦ ਸ਼ਾਸਤਰ ਕੋ ਤਰਕਣ ਲਾਗਾ, ਤਤ ਜੋਗ ਨਾ ਪਛਾਨੇ। ਉਹਨਾਂ ਨੇ ਤਤ ਯੋਗ ਦਾ ਆਨੰਦ ਨਹੀਂ ਪ੍ਰਾਪਤ ਕੀਤਾ, ਸਿਰਫ ਕੇਵਲ ਤੇ ਕੇਵਲ ਉਹ ਤਰਕਾਂ ਹੀ ਸੰਸਾਰ ਅੰਦਰ ਕਰਦੇ ਨੇ, ਬੇਬੁਨਿਆਦ, ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ। ਮੇਰੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਾਨੂੰ ਗਿਆਤ ਮਿਲਦੀ ਹੈ ਕਿ ਜਿਵੇਂ ਸਾਹਿਬ ਕਹਿੰਦੇ ਨੇ ਕਿ ਉਗਰ ਗਿਆ ਜੈਸਾ ਖੋਟਾ ਢਬੂਆ, ਨਦਰ ਸਰਾਫਾ ਆਇਆ। ਢਬੂਏ ਦਾ ਅਰਥ ਚਾਂਦੀ ਦੇ ਰੁਪਈਏ ਦਾ ਜ਼ਿਕਰ ਕੀਤਾ ਹੈ। ਖੋਟਾ, ਖਰਾ ਨਹੀਂ, ਖੋਟਾ। ਜਦੋਂ ਕਿਸੇ ਪਾਰਖੂ ਦੇ ਹੱਥ ਵਿੱਚ ਖੋਟਾ ਇਹ ਟਕਾ ਜਾਂਦਾ ਹੈ ਤੇ ਉਹ ਫਿਰ ਨਦਰ ਸਰਾਫਾ ਆਇਆ, ਉਹਦੀ ਨਿਗਾਹ ਵਿੱਚ ਚੜ੍ਹਦਾ ਹੈ ਤੇ ਦੱਸਦਾ ਹੈ ਵੀ ਇਹ ਤੇਰਾ ਚੱਲਣ ਵਾਲਾ ਨਹੀਂ ਹੈ। ਐਸੇ ਲੋਕ ਜਦੋਂ ਪਰਮੇਸ਼ਰ ਦੀ ਨਿਗਾਹ ਵਿੱਚ ਚੜ੍ਹਦੇ ਨੇ ਨਾ, ਖੋਟੇ ਮਨ ਦੇ ਲੋਕ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਕੱਚੇ ਲੋਕ, ਖੋਟੇ ਲੋਕ, ਕੇਵਲ ਤੇ ਕੇਵਲ ਦੂਸਰਿਆਂ ਦੇ ਮਨ ਨੂੰ ਤੋੜਨ ਵਾਲੇ, ਆਪ ਡੱਕਾ ਭੰਨ ਕੇ ਦੋਹਰਾ ਨਹੀਂ ਕਰਨਾ। ਵੇਦ ਸ਼ਾਸਤਰ ਕੋ ਤਰਕਣ ਲਾਗਾ, ਤਤ ਜੋਗ ਨਾ ਪਛਾਨੇ। ਐਸੇ ਜਿਹੜੇ ਲੋਕ ਨੇ ਉਹ ਖੋਟੇ ਰੁਪਈਏ ਵਾਂਗੂ ਪਰਖੇ ਜਾਂਦੇ ਹੈ। ਜਦੋਂ ਕਿਸੇ ਪਾਰਖੂ ਦੇ ਹੱਥ ਵਿੱਚ ਉਹ ਖੋਟਾ ਦਾਮ ਚੜ੍ਹਦਾ ਹੈ ਤੇ ਉਹ ਖੋਟੇ ਲੋਕ ਵੀ ਪਰਖੇ ਜਾਂਦੇ ਨੇ ਜਦੋਂ ਪਾਰਖੂ ਪਰਮੇਸ਼ਰ ਦੀ ਨਜ਼ਰ ਵਿੱਚ ਪੈਂਦੇ ਨੇ। ਉਹਨਾਂ ਦਾ ਖੋਟ ਸਾਹਮਣੇ ਨਜ਼ਰ ਆ ਜਾਂਦਾ ਹੈ, ਉਹਨਾਂ ਨੂੰ ਫਿਰ ਸ਼ਰਮਿੰਦੇ ਹੋਣਾ ਪੈਂਦਾ ਜਗਤ ਦੇ ਅੰਦਰ। ਉਹ ਕੌਣ ਹੈ? ਇਹਨਾਂ ਖੋਟਿਆਂ ਨੂੰ ਪਰਖਣ ਵਾਲਾ, ਅੰਤਰਜਾਮੀ, ਸਭ ਕੁਛ ਜਾਣੈ, ਉਸ ਤੇ ਕਹਾਂ ਛਪਾਇਆ। ਉਹ ਪ੍ਰਮਾਤਮਾ ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰ ਬਸੈ ਬਾਹਰ ਪਿਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਜੋ ਪ੍ਰਮਾਤਮਾ ਸਾਨੂੰ ਅੰਦਰੋਂ ਵੀ ਜਾਣਦਾ ਹੈ, ਸਾਨੂੰ ਬਾਹਰੋਂ ਵੀ ਜਾਣਦਾ ਹੈ, ਸਾਨੂੰ ਧਰਮੀ ਵੀ ਜਾਣਦਾ ਹੈ, ਸਾਨੂੰ ਕੁਕਰਮੀ ਵੀ ਜਾਣਦਾ ਹੈ, ਸਾਨੂੰ ਭੇਖੀ ਵੀ ਜਾਣਦਾ ਹੈ। ਜਿਹੜਾ ਜਰਾ ਜਰਾ ਵਿੱਚ ਵਸ ਰਿਹਾ ਹੈ, ਉਹਦੇ ਤੋਂ ਕੁਛ ਵੀ ਅਸੀਂ ਖੋਟ ਲੁਕਾ ਨਹੀਂ ਸਕਦੇ, ਕਿਉਂਕਿ ਉਹ ਹਰ ਇੱਕ ਦਿਲ ਦੀ ਜਾਣਨ ਵਾਲਾ ਹੈ, ਹਰ ਇੱਕ ਮਨ ਦੀ ਖੇਡ ਨੂੰ ਜਾਣਨ ਵਾਲਾ ਹੈ। ਉਸ ਨੂੰ ਅਸੀਂ ਪ੍ਰਮਾਤਮਾ ਕਹਿੰਦੇ ਹਾਂ। ਉਹ ਸਾਡੇ ਮਨ ਦੀ ਕਰਤੂਤ, ਪਸ਼ੂ ਕੀ ਮਾਨਸ ਜਾਤ ਨੂੰ ਜਾਣਦਾ ਹੈ, ਸਾਡੀ ਹਰੇਕ ਭਾਵ ਕਿ ਉਹ ਚੰਗੀ ਤੇ ਮਾੜੀ ਸੋਚ ਨੂੰ ਜਾਣਦਾ ਹੈ। ਉਹਦੇ ਤੋਂ ਅਸੀਂ ਕੁਛ ਲੁਕਾ ਨਹੀਂ ਸਕਦੇ। ਪਾਤਸ਼ਾਹ ਜੀ ਨੇ ਇਹਨਾਂ ਬਚਨਾਂ ਦੇ ਰਾਹੀਂ ਸਾਨੂੰ ਸੋਹਣਾ ਸਮਝਾਇਆ ਹੈ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਉ ਲੱਥੀ ਨਾਤਿਆਂ, ਦੋ ਪਾ ਚੜ੍ਹੀ ਅਸ ਹੋਰ। ਗੁਰੂ ਦੀ ਕਿਰਪਾ ਹੋਵੇ ਤੇ ਇਹ ਕੁਛ ਸਾਡੀ ਸਮਝ ਵਿੱਚ ਪੈ ਸਕਦਾ ਹੈ, ਨਹੀਂ ਤਾਂ ਜੋ ਅਸੀਂ ਕਰਦੇ ਹਾਂ ਆਪਣੇ ਮਨ ਦੇ ਆਖੇ ਲੱਗ ਕੇ। ਕਹੋ ਕਬੀਰ
ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੇ ਨਿਤ ਭੇਡ। ਮਨ ਰੂਪੀ ਲੇਲੇ ਨੂੰ ਬੁੱਧੀ ਜਿਹੜੀ ਹੈ, ਸਾਡੀ ਸੁਰਤ ਹੈ, ਜਿਹੜੀ ਸਾਡੀ ਮੱਤ ਹੈ, ਉਹ ਭੇਡ ਬਣ ਕੇ ਚੁੰਗਦੀ ਫਿਰਦੀ ਹੈ। ਇਹਦਾ ਸਾਨੂੰ ਨਹੀਂ ਪਤਾ ਲੱਗਦਾ। ਇਹ ਪਤਾ ਤਾਂ ਲੱਗਣਾ ਹੈ ਜੇ ਪਰਮੇਸ਼ਰ ਦੇ ਗੁਣ ਗਾਵਾਂਗੇ। ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਇਹਦਾ ਪਤਾ ਤਾਂ ਲੱਗੇਗਾ। ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰੇ ਆਪਣੇ ਖੋਏ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭੌਲਥੀ ਨਾਤਿਆਂ, ਦੋਏ ਪਾ ਚੜੀ ਅਸ ਹੋਰ। ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾਂ ਚੋਰ। ਜੇ ਤੀਰਥਾਂ ਦੀ ਯਾਤਰਾ ਵੀ ਕਰਨੀ ਹੈ ਤੇ ਮੇਰਾ ਸਤਿਗੁਰੂ ਸਾਹਿਬ ਜੀ ਆਖਦੇ ਨੇ, ਮਨ ਨੂੰ ਸੰਭਲ। ਇਹ ਨਾ ਹੋਵੇ ਕਿ ਮਨ ਵਕਾਰੀ ਵਿਹੜਿਆ, ਭੀ ਵਕਾਰਾ ਮਾਹੇ। ਉੱਥੇ ਜਾ ਕੇ ਵੀ ਵਕਾਰ ਇਕੱਠੇ ਕਰੇ, ਮੈਲੀ ਸੋਚ ਲੈ ਕੇ ਜਾਵੇ। ਤੇਰੀ ਨਿਕਾਹ ਜਿਹੜੀ ਹੈ, ਇਹ ਅੱਗੇ ਨਾਲੋਂ ਵੀ ਧੁੰਦਲੀ ਹੋ ਜਾਵੇ, ਵਕਾਰਾਂ ਨੂੰ ਇਕੱਠਿਆਂ ਕਰਦੇ। ਗੁਰੂ ਕਿਰਪਾ ਕਰੇ, ਸਾਡੀ ਸਮਝ ਵਿੱਚ ਗੁਰੂ ਪਿਆਰ ਦੀ ਦਾਤ ਵਸੇ। ਅਸੀਂ ਰੱਬ ਦਾ ਨਾਮ ਕਿਵੇਂ ਲੈਣਾ, ਅਸੀਂ ਪੁੰਨ ਦਾਨ ਕਿਸ ਤਰ੍ਹਾਂ ਕਰਨਾ, ਅਸੀਂ ਤੀਰਥਾਂ ਦੀ ਯਾਤਰਾ ਕੈਸੇ ਸੁਭਾਅ ਨਾਲ, ਕੈਸੀ ਸੋਚ ਨਾਲ ਕਰਨੀ ਹੈ, ਅਸੀਂ ਜਗਤ ਦੀ ਯਾਤਰਾ ਕਿਵੇਂ ਕਰਨੀ ਹੈ, ਜਗਤ ਵਿੱਚ ਰਹਿਣਾ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਸਮਝਣਾ ਹੈ ਇਸ ਜਗਤ ਨੂੰ, ਤੇ ਇਸ ਜਗਤ ਦੇ ਵਿੱਚੋਂ ਰਹਿ ਕੇ ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਕਰਨੀ ਆ। ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰੇ ਆਪਣੇ ਖੋਏ। ਕਿਤੇ ਇਹ ਨਾ ਹੋਵੇ ਰੱਬ ਦੀ ਬੰਦਗੀ ਤੋਂ ਵਾਂਝੇ ਅਸੀਂ ਲੋਕ ਵੀ ਗਵਾ ਲਈਏ ਤੇ ਪਰਲੋਕ ਵੀ ਗਵਾ ਲਈਏ। ਪੁੰਨ ਦਾਨ ਕਰਮ ਧਰਮ ਜੋ ਕਰਦੇ ਆ, ਉਹ ਵੀ ਸਾਡਾ ਜਾਈ ਚਲਿਆ ਜਾਵੇ। ਜੇ ਨਾਮ ਸਿਮਰਾਂਗੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ। ਇਹਦੀ ਸਮਝ ਸਾਨੂੰ ਤਾਂ ਪੈਣੀ ਹੈ ਜੇ ਨਾਮ ਜਪਾਂਗੇ। ਤੇ ਸਾਡੀ ਭਾਵਨਾ ਹੈ, ਸਤਿਗੁਰੂ ਅਰਜਨ ਪਾਤਸ਼ਾਹ ਜੀ ਦੇ ਬਚਨ ਨੇ ਕਿ ਮਨ ਦੀ ਭਾਵਨਾ ਹੈ ਕਿ ਕਿਤੇ ਕੀਰਤਨ ਹੁੰਦਾ ਹੋਵੇ, ਕਥਾ ਹੁੰਦੀ ਹੋਵੇ, ਇਹ ਸਤਿਗੁਰੂ ਪਾਤਸ਼ਾਹ ਜੀ, ਜਾਂ ਮੈਂ ਤੇਰੇ ਕਿਸੇ ਮਹਾਨ ਸ਼੍ਰੋਮਣੀ ਤੀਰਥ ਤੇ ਸਮਾਧੀ ਲਾ ਕੇ ਬੈਠਾ, ਮੇਰੇ ਸਰੀਰ ਦੇ ਵਿੱਚੋਂ ਮੇਰੀ ਜਿੰਦ ਨਿਕਲ ਜਾਵੇ, ਮਨ ਕਾਮਨਾ ਤੀਰਥ ਦੇ ਛੁਟੈ। ਛੁੱਟ ਜਾਵੇਗੀ। ਜੋ ਮੰਗੈ ਠਾਕੁਰ ਆਪਣੇ, ਤੇ ਸੋਈ ਸੋਈ ਦੇਵੇ। ਕੰਮ ਹੋ ਸਕਦਾ ਹੈ, ਪਰ ਅਗਲਾ ਬਚਨ ਪਾਤਸ਼ਾਹ ਕਹਿੰਦੇ ਨੇ, ਗਰਭ ਗੁਮਾਨ ਨਾ ਮਨ ਤੇ ਹੁਟੇ। ਜਿੰਨਾ ਚਿਰ ਤੇਰਾ ਗਰਭ ਅੰਦਰੋਂ ਹੰਕਾਰ ਗੁਮਾਨ, ਉਹ ਕਾਹਦਾ? ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੁੱਟੇ। ਇਹਦਾ ਧਰਮ ਦੇ ਨਾਂ ਦੇ ਕਰਮ ਕਰਦਾ ਹੈ, ਇਹ ਅੰਦਰੋਂ ਕੱਢ ਕੇ ਜਾਣਾ ਪੈਣਾ ਉਸ ਤੀਰਥ ਤੇ ਜਿੱਥੇ ਤੂੰ ਚਾਹੁੰਦਾ ਹੈ। ਮਨ ਕਾਮਨਾ ਤੀਰਥ ਦੇ ਛੁਟੈ, ਉੱਥੇ ਖਾਲੀ ਹੋ ਕੇ ਜਾਵੀਂ, ਨਿਮਰਤਾ ਨਾਲ ਜਾਵੀਂ, ਤੇ ਫਿਰ ਇਹ ਵੀ ਸਤਿਗੁਰੂ ਤੇਰੀ ਕਾਮਨਾ ਪੂਰੀ ਕਰ ਦੇਣਗੇ। ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਕਿ ਜਦੋਂ ਮੈਂ ਤੇਰੇ ਦਰ ਨੂੰ ਆਵਾਂ, ਪਾਤਸ਼ਾਹ ਮੈਂ ਨਾਮ ਜਪ ਕੇ ਆਵਾਂ, ਮੈਂ ਦਾਨ ਕਰਾਂ, ਤੇਰੇ ਪਿਆਰਿਆਂ ਦੀ, ਤੇਰੇ ਜੀਵਾਂ ਦੀਆਂ, ਬਹੁਤਿਆਂ ਦੀਆਂ ਮੈਂ ਸੀਸਾਂ ਲੈ ਕੇ ਆਵਾਂ। ਪਾਤਸ਼ਾਹ, ਜਿੱਥੇ ਮੈਨੂੰ ਤੂੰ ਰਿਜ਼ਕ ਧਨ ਦਿੱਤਾ ਹੈ, ਉਹਦੇ ਵਿੱਚੋਂ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ, ਮੇਰਾ ਮੈਂ ਦਾਨ ਕਰ ਰਿਹਾ ਹੈ। ਜੋ ਮਾਣ ਮਿਲ ਰਿਹਾ ਹੈ, ਤੇਰੇ ਨਾਮ ਤੇ ਮਿਲ ਰਿਹਾ ਹੈ। ਇਹ ਸਭ ਕੁਛ ਤੈਨੂੰ ਹੀ ਮੈਂ ਸਤਿਗੁਰੂ ਅਰਪਣ ਕਰਦਾ ਹੈ। ਤੇਰਾ ਸ਼ੁਕਰਗੁਜ਼ਾਰ ਹੈ, ਪਰ ਮੈਨੂੰ ਨਾਲ ਨਾਮ ਦੀ ਵੀ ਦਾਤ ਬਖਸ਼ ਕਰ। ਮੈਂ ਅੰਦਰੋਂ ਤੇ ਬਾਹਰੋਂ ਸੋਹਣਾ ਬਣ ਜਾਵਾਂ, ਤੇ ਮੈਨੂੰ ਸੋਹਣੇ ਬਣੇ ਨੂੰ ਤੂੰ ਸਤਿਗੁਰੂ ਆਪਣੇ ਦਰ ਤੇ ਪ੍ਰਵਾਨਗੀ ਦੇ ਦੇ ਨੇ। ਮੇਰੀ ਮਨ ਦੀ ਕਾਮਨਾ ਪੂਰੀ ਕਰ ਕਿ ਮੈਂ ਤੀਰਥ ਤੇ ਜਾਵਾਂ, ਮੇਰੀ ਯਾਤਰਾ ਸਫਲ ਹੋਵੇ। ਤਾਂ ਹੀ ਤਾਂ ਭਗਤ ਕਬੀਰ ਸਾਹਿਬ ਜੀ ਸਾਰੀ ਜ਼ਿੰਦਗੀ ਕਾਂਸ਼ੀ ਦੇ ਵਿੱਚ ਰਹੇ,
ਤੇ ਜਦੋਂ ਅੰਤਕਾਲ ਨੇੜੇ ਆਇਆ ਤੇ ਲਾਗੇ ਹੀ ਮਗਹਰ ਅਸਥਾਨ ਪੈਂਦਾ ਹੈ, ਨਗਰ ਪੈਂਦਾ, ਉੱਥੇ ਚਲੇ ਗਏ। ਬਾਹਮਣਾ ਲੋਕਾਂ ਨੇ ਕਿਹਾ ਵੀ ਜਿਹੜਾ ਬੰਦਾ ਮਗਹਰ ਮਰਦਾ ਹੈ ਕਾਂਸੀ ਨੂੰ ਛੱਡ ਕੇ, ਉਹ ਨਰਕਾਂ ਦਾ ਧਾਰਨੀ ਹੁੰਦਾ ਹੈ, ਤੇ ਜਿਹੜਾ ਕਾਂਸੀ 'ਚ ਮਰਦਾ ਹੈ ਉਹ ਸਵਰਗਾਂ ਨੂੰ ਜਾਂਦਾ ਹੈ। ਐਸੀਆਂ ਦਲੀਲਾਂ ਸਾਨੂੰ ਬਾਣੀ ਦੇ ਵਿੱਚੋਂ ਭਗਤਾਂ ਦੀਆਂ, ਰੱਬ ਦੇ ਪਿਆਰਿਆਂ ਦੀਆਂ ਮਿਲਦੀਆਂ ਨੇ। ਗੁਰੂ ਕਿਰਪਾ ਕਰੇ ਸਾਡੀ ਸਮਝ ਵਿੱਚ ਪੈ ਜਾਵੇ, ਅਸੀਂ ਅੰਦਰੋਂ ਵੀ ਤੇ ਅਸੀਂ ਬਾਹਰੋਂ ਵੀ ਇਹੋ ਜਿਹੇ ਸੋਹਣੇ ਬਣ ਜਾਈਏ, ਰੱਬ ਸਾਨੂੰ ਪ੍ਰਵਾਨ ਲਵੇ। ਬੁਲਾਈਏ ਫਤਿਹ ਪਿਆਰ ਦੇ ਨਾਲ, ਕੀਤੀਆਂ ਗਲਤੀਆਂ ਦੀ ਮਾਫੀ ਰੱਬ ਪਰਮੇਸ਼ਰ ਕੋਲੋਂ ਮੰਗ ਲਈਏ, ਗੁਰੂ ਕਿਰਪਾ ਕਰ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।